ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਇਸ ਵਾਰ ਦੇ ਬਜਟ ਦੇ ਵਿੱਚ ਭਾਰਤ ਸਰਕਾਰ ਨੇ ਇਨਕਮ ਟੈਕਸ ਦੀਆਂ ਦਰਾਂ ਦੇ ਵਿੱਚ ਕੁਝ ਤਬਦੀਲੀ ਕੀਤੀ ਹੈ। ਨਵੇਂ ਟੈਕਸ ਰਿਜ਼ਾਈਮ ਦੀ ਗੱਲ ਹੋ ਰਹੀ ਹੈ, ਪੁਰਾਣੇ ਟੈਕਸ ਰਿਜ਼ਾਈਮ ਦੀ ਗੱਲ ਹੋ ਰਹੀ ਹੈ। ਬਹੁਤ ਸਾਰੇ ਸਵਾਲ ਜਿਹੜੇ ਨੇ ਆ ਰਹੇ ਨੇ ਕਿ ਸਟੈਂਡਰਡ ਡਿਡਕਸ਼ਨ ਜਿਹੜੀ ਹੈ ਕਿ ਉਹ ਚੱਲਦੀ ਰਹੇਗੀ, ਕਿ ਸਾਨੂੰ ਜੋ ਇਨਕਮ ਟੈਕਸ ਦੇ ਵਿੱਚ ਰਿਬੇਟ ਦਿੱਤੀ ਜਾਂਦੀ ਸੀ 87A ਦੇ ਵਿੱਚ ਕਿ ਉਹ ਚੱਲਦੀ ਰਹੇਗੀ। ਇੱਕ ਹੋਰ ਸਵਾਲ ਹੈ ਕਿ ਜੇਕਰ ਅਸੀਂ ਨਵੇਂ ਰਿਜ਼ਾਈਮ ਦੇ ਵਿੱਚ ਟੈਕਸ ਭਰਦੇ ਹਾਂ ਤਾਂ ਕੀ ਅਗਲੇ ਸਾਲ ਅਸੀਂ ਪੁਰਾਣੇ ਟੈਕਸ ਦੇ ਵਿੱਚ ਜਾਂ ਪੁਰਾਣੇ ਟੈਕਸ ਰਿਜ਼ਾਈਮ ਦੇ ਵਿੱਚ ਜਾ ਸਕਦੇ ਹਾਂ। ਸੋ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ ਅੱਜ ਦੀ ਵੀਡੀਓ ਦੇ ਵਿੱਚ ਦੇਖਾਂਗੇ। ਸਭ ਤੋਂ ਪਹਿਲਾਂ ਦੋਸਤੋ ਗੱਲ ਕਰੀਏ ਕਿ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਕੀ ਤਬਦੀਲੀ ਜਿਹੜੀ ਕੀਤੀ ਗਈ ਹੈ। ਮੈਂ ਦੱਸਦਾ ਕਿ ਇਸ ਤੋਂ ਪਹਿਲਾਂ ਵੀ ਯਾਨੀ ਕਿ ਇਸ ਬਜਟ ਦੇ ਵਿੱਚ ਅਨਾਉਂਸਮੈਂਟ ਤੋਂ ਪਹਿਲਾਂ ਵੀ ਦੋ ਟੈਕਸ ਰਿਜ਼ਾਈਮ ਜਿਹੜੇ ਨੇ ਉਹ ਚੱਲ ਰਹੇ ਸਨ, 올ਡ ਟੈਕਸ ਰਿਜ਼ਾਈਮ ਤੇ ਨਿਊ ਟੈਕਸ ਰਿਜ਼ਾਈਮ। 올ਡ ਟੈਕਸ ਰਿਜ਼ਾਈਮ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ, ਸੋ ਇਸ ਬਾਰੇ ਤਕਰੀਬਨ ਹਰ ਕਿਸੇ ਨੂੰ ਜਾਣਕਾਰੀ ਹੈ। ਪਰ ਨਿਊ ਟੈਕਸ ਰਿਜ਼ਾਈਮ ਦੇ ਵਿੱਚ ਜਿਹੜੀ ਹੈ ਵੱਡੀ ਤਬਦੀਲੀ ਇਸ ਵਾਰ ਕੀਤੀ ਗਈ ਹੈ। ਮੈਂ ਦੱਸਦਾ ਕਿ ਸਭ ਤੋਂ ਪਹਿਲਾਂ ਤਾਂ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਸਲੈਬ ਜਿਹੜੇ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। 3 ਲੱਖ ਤੋਂ ਲੈ ਕੇ 6 ਲੱਖ ਤੱਕ ਦੀ ਆਮਦਨ ਤੇ 5% ਟੈਕਸ ਹੋਵੇਗਾ, 6 ਲੱਖ ਤੋਂ 9 ਲੱਖ ਤੱਕ 10% ਹੋਵੇਗਾ, 9 ਲੱਖ ਤੋਂ 12 ਲੱਖ ਤੱਕ 15% ਟੈਕਸ ਹੋਵੇਗਾ, 12 ਲੱਖ ਤੋਂ 15 ਲੱਖ ਤੱਕ 20% ਟੈਕਸ ਹੋਵੇਗਾ। ਇਸ ਤਰ੍ਹਾਂ ਦੀ ਨਵੀਆਂ ਸਲੈਬ ਜਿਹੜੀਆਂ ਨੇ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਬਣਾਈਆਂ ਗਈਆਂ ਨੇ। ਤੇ ਇੱਕ ਗੱਲ ਜਿਹੜੀ ਹੈ ਨਿਰਮਲਾ ਸੀਤਾਰਮਨ ਜੀ ਨੇ ਇਸ ਵਾਰ ਦੇ ਬਜਟ ਦੇ ਵਿੱਚ ਕਹੀ ਕਿ 7 ਲੱਖ ਤੱਕ ਕੋਈ ਵੀ ਟੈਕਸ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਸਟੈਂਡਰਡ ਡਿਡਕਸ਼ਨ ਦਾ ਲਾਭ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਸੀ ਪਹਿਲਾਂ ਕਿ ਉਹ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਚੱਲਦਾ ਰਹੇਗਾ। ਸੋ ਮੈਂ ਦੱਸਦਾ ਕਿ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਵੀ ਤੁਹਾਨੂੰ ਜਿਹੜਾ ਸਟੈਂਡਰਡ ਡਿਡਕਸ਼ਨ ਹੈ 50,000 ਦਾ, ਉਸ ਦਾ ਲਾਭ ਦਿੱਤਾ ਜਾਵੇਗਾ। ਯਾਨੀ ਕਿ ਜੇਕਰ ਤੁਸੀਂ ਸੈਲਰੀਡ ਹੋ, ਪੈਨਸ਼ਨਰ ਹੋ, 50,000 ਦੀ ਸਟੈਂਡਰਡ ਡਿਡਕਸ਼ਨ ਦਾ ਲਾਭ ਲੈਣ ਤੋਂ ਬਾਅਦ 7.5 ਲੱਖ ਤੱਕ ਦੀ ਆਮਦਨ ਤੇ ਤੁਸੀਂ ਕੋਈ ਵੀ ਟੈਕਸ ਜਿਹੜਾ ਹੈ ਨਹੀਂ ਦੇਵੋਗੇ। ਮੈਂ ਸਿਰਫ ਨਵੇਂ ਟੈਕਸ ਰਿਜ਼ਾਈਮ ਦੀ ਗੱਲ ਕਰ ਰਿਹਾ, ਯਾਨੀ ਕਿ 7 ਲੱਖ ਤੱਕ। ਜਿਸ ਤਰ੍ਹਾਂ ਕਿ ਨਿਰਮਲਾ ਸੀਤਾਰਮਨ ਜੀ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ 7 ਲੱਖ ਤੱਕ ਤੁਹਾਨੂੰ 87A ਦੀ ਰਿਬੇਟ ਦਿੱਤੀ ਜਾਵੇਗੀ, ਜੋ ਕਿ ਪਹਿਲਾਂ 5 ਲੱਖ ਤੱਕ ਦੀ ਆਮਦਨ ਤੇ ਦਿੱਤੀ ਜਾਂਦੀ ਸੀ, ਜਿੱਥੇ ਤੁਹਾਨੂੰ 12,500 ਦਾ ਟੈਕਸ ਜਿਹੜਾ ਹੈ ਉਹ ਮਾਫ ਕੀਤਾ ਜਾਂਦਾ ਸੀ। ਹੁਣ 7 ਲੱਖ ਤੱਕ ਤਕਰੀਬਨ 25,000 ਦਾ ਟੈਕਸ ਜਿਹੜਾ ਸਰਕਾਰ ਮਾਫ ਕਰੇਗੀ ਔਰ ਉਸ ਤੋਂ ਬਾਅਦ ਤੁਸੀਂ 50,000 ਸਟੈਂਡਰਡ ਡਿਡਕਸ਼ਨ ਦਾ ਲਾਭ ਵੀ ਲੈ ਸਕਦੇ ਹੋ। ਯਾਨੀ ਕਿ 7.5 ਲੱਖ ਤੁਸੀਂ ਜਿਹੜਾ ਹੈ ਅਗਰ ਆਮਦਨ ਕਮਾ ਰਹੇ ਹੋ ਸਾਲ ਦੀ ਤਾਂ ਤੁਹਾਨੂੰ ਕੋਈ ਵੀ ਟੈਕਸ ਜਿਹੜਾ ਨਹੀਂ ਦੇਣਾ ਹੋਵੇਗਾ। ਯਾਨੀ ਕਿ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਸਟੈਂਡਰਡ ਡਿਡਕਸ਼ਨ ਵੀ ਚੱਲਦੀ ਰਹੇਗੀ ਤੇ 87A ਦੀ ਰਿਬੇਟ ਵੀ ਜਿਹੜੀ ਹੈ ਤੁਸੀਂ ਲੈ ਸਕਦੇ ਹੋ। ਸੋ ਹੁਣ ਅਗਲਾ ਸਵਾਲ ਇਹੀ ਹੈ ਕਿ ਜੇਕਰ ਅਸੀਂ 7 ਲੱਖ ਤੱਕ ਦੀ ਆਮਦਨ ਦੇ ਹੇਠ ਆ ਰਹੇ ਹਾਂ, ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਅਸੀਂ ਆਪਣਾ ਟੈਕਸ ਜਿਹੜਾ ਭਰ ਰਹੇ ਹਾਂ, ਰਿਟਰਨ ਭਰ ਰਹੇ ਹਾਂ ਤੇ ਸਾਨੂੰ ਕੋਈ ਵੀ ਟੈਕਸ ਨਹੀਂ ਜਿਹੜਾ ਹੈ ਦੇਣਾ ਹੈ। ਪਰ ਅਗਲੇ ਸਾਲ ਜੇਕਰ ਸਾਡੀ ਆਮਦਨ 9 ਲੱਖ ਰੁਪਇਆ ਹੋ ਜਾਂਦੀ ਹੈ, ਯਾਨੀ ਕਿ 7 ਲੱਖ ਤੋਂ ਉੱਪਰ ਚਲੀ ਜਾਂਦੀ ਹੈ, ਕਿ ਅਸੀਂ ਦੁਬਾਰਾ ਫੇਰ ਪੁਰਾਣੇ ਟੈਕਸ ਰਿਜ਼ਾਈਮ ਜਾਂ 올ਡ ਟੈਕਸ ਰਿਜ਼ਾਈਮ ਦੇ ਵਿੱਚ ਜਾ ਕੇ ਟੈਕਸ ਭਰ ਸਕਦੇ ਹਾਂ ਜਾਂ ਫਿਰ ਨਹੀਂ। ਮੈਂ ਦੱਸਦਾ ਕਿ ਪੈਨਸ਼ਨਰਸ ਦੇ ਲਈ ਤੇ ਤਨਖਾਹਦਾਰਾਂ ਦੇ ਲਈ, ਯਾਨੀ ਕਿ ਜੋ ਤਨਖਾਹ ਲੈ ਰਹੇ ਨੇ ਮੁਲਾਜ਼ਮਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਕੋਲ ਹਰ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹ ਆਪਸ਼ਨ ਹੋਵੇਗਾ ਕਿ ਉਹ ਚਾਹੇ ਤਾਂ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਟੈਕਸ ਭਰ ਸਕਦੇ ਨੇ ਜਾਂ ਫਿਰ ਪੁਰਾਣੇ ਟੈਕਸ ਰਿਜ਼ਾਈਮ ਦੇ ਵਿੱਚ। ਪਰ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਕੋਈ ਤਬਦੀਲੀ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਭਾਰਤ ਸਰਕਾਰ ਨੇ ਇੱਕ ਸਾਫ਼ ਗੱਲ ਜਿਹੜੀ ਹੈ ਕਹਿ ਦਿੱਤੀ ਹੈ ਕਿ ਅਸੀਂ ਨਵੇਂ ਟੈਕਸ ਰਿਜ਼ਾਈਮ ਨੂੰ ਜਿਹੜਾ ਹੈ ਉਤਸ਼ਾਹਿਤ ਕਰਾਂਗੇ। ਹੁਣ ਦੋਸਤੋ, ਨਵੇਂ ਟੈਕਸ ਰਿਜ਼ਾਈਮ ਦੀ ਜੇਕਰ ਗੱਲ ਕਰੀਏ ਤਾਂ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਅਜਿਹਾ ਕੀ ਹੈ ਜੋ ਕਿ ਪੁਰਾਣੇ ਟੈਕਸ ਰਿਜ਼ਾਈਮ ਦੇ ਵਿੱਚ ਨਹੀਂ ਹੈ, ਜਾਂ ਫਿਰ ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਪੁਰਾਣੇ ਟੈਕਸ ਰਿਜ਼ਾਈਮ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੈ ਜੋ ਕਿ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਨਹੀਂ ਹੈ। ਸੋ ਇਸ ਦੀ ਗੱਲ ਦੋਸਤੋ ਜੇਕਰ ਕਰੀਏ ਤਾਂ 87 ਦੀ ਜਿਹੜੀ ਹੈ ਡਿਡਕਸ਼ਨ ਹਰ ਕੋਈ ਮੁਲਾਜ਼ਮ ਜਿਹੜਾ ਹੈ ਉਹ ਅਵੇਲ ਕਰ ਰਿਹਾ ਹੈ ਇਸ ਵਕਤ, ਜਿੱਥੇ ਕਿ LIC ਦੀ ਅਸੀਂ ਸੇਵਿੰਗ ਕਰ ਸਕਦੇ ਹਾਂ, PPF ਦੀ ਸੇਵਿੰਗ ਕਰ ਸਕਦੇ ਹਾਂ, ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਸੇਵਿੰਗ ਹੈ ਜੋ ਕਿ ਟੈਕਸ ਸੇਵਿੰਗ ਦੇ ਵਿੱਚ ਜਿਹੜੀ ਆਉਂਦੀ ਹੈ ਤੇ ਯਾਨੀ ਕਿ 1.5 ਲੱਖ ਤੱਕ ਤੁਸੀਂ ਜਿਹੜਾ ਉਸ ਨੂੰ ਬਚਾ ਸਕਦੇ ਹੋ, ਜੋ ਕਿ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਨਹੀਂ ਹੈ। ਔਰ ਇਸ ਤੋਂ ਇਲਾਵਾ ਜੇਕਰ ਤੁਹਾਡਾ NPS ਜਿਹੜਾ ਹੈ ਫੰਡ ਹੈ, NPS ਦੀ ਕਟੌਤੀ ਹੋ ਰਹੀ ਹੈ ਤਾਂ ਤੁਸੀਂ 50,000 ਹੋਰ ਵੀ ਜਿਹੜਾ ਹੈ 80C ਦੇ ਵਿੱਚ ਦਾ ਲਾਭ ਲੈ ਸਕਦੇ ਹੋ, ਯਾਨੀ ਕਿ 1.5 ਲੱਖ ਨੂੰ 2 ਲੱਖ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਮੁਲਾਜ਼ਮ ਨੇ ਜਿਨ੍ਹਾਂ ਨੇ ਹਾਊਸ ਲੋਨ ਲਿਆ ਹੋਇਆ, ਇੰਟਰਸਟ ਦੀ ਜਿਹੜੀ ਹੈ ਅਲੱਗ ਐਗਜ਼ੈਂਪਸ਼ਨ ਲੈ ਰਹੇ ਨੇ, ਪ੍ਰਿੰਸੀਪਲ ਅਮਾਉਂਟ ਦੀ ਅਲੱਗ ਜਿਹੜੀ ਹੈ ਡਿਡਕਸ਼ਨ ਲੈ ਰਹੇ ਨੇ, ਉਸ ਦਾ ਲਾਭ ਵੀ ਨਿਊ ਟੈਕਸ ਰਿਜ਼ਾਈਮ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ। ਹੈਲਥ ਇੰਸ਼ੋਰੈਂਸ ਦੀ ਜੇਕਰ ਗੱਲ ਕਰੀਏ ਤਾਂ ਉਸ ਦਾ ਲਾਭ ਵੀ ਤੁਹਾਨੂੰ ਜਿਹੜਾ ਹੈ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਨਹੀਂ ਮਿਲੇਗਾ। ਯਾਨੀ ਕਿ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਬਹੁਤ ਸਾਰੀਆਂ ਡਿਡਕਸ਼ਨਾਂ ਦਾ ਲਾਭ ਜੋ ਅਸੀਂ ਲੈ ਰਹੇ ਸੀ, ਹਾਊਸ ਲੋਨ ਦਾ ਜਿਹੜਾ ਅਸੀਂ ਲਾਭ ਲੈ ਰਹੇ ਸੀ, NPS ਦਾ ਲਾਭ ਲੈ ਰਹੇ ਸੀ, ਹੈਲਥ ਇੰਸ਼ੋਰੈਂਸ ਦਾ, ਬੱਚਿਆਂ ਦੀ ਟਿਊਸ਼ਨ ਫੀਸ ਦਾ,
ਇਸ ਦਾ ਕੋਈ ਵੀ ਲਾਭ ਜਿਹੜਾ ਹੈ ਸਰਕਾਰ ਤੁਹਾਨੂੰ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਨਹੀਂ ਦੇਗੀ। ਯਾਨੀ ਕਿ ਜਿਹੜੀਆਂ ਸੇਵਿੰਗਸ ਨੇ, ਜਿਨ੍ਹਾਂ ਨੂੰ ਅਸੀਂ ਟੈਕਸ ਸੇਵਿੰਗਸ ਕਹਿੰਦੇ ਆ, ਟੈਕਸ ਸੇਵਿੰਗ ਐਫਡੀਜ਼ ਨੇ, ELSS ਹੈ, PPF ਹੈ, ਜਾਂ ਫਿਰ ਬਹੁਤ ਸਾਰੇ ਹੋਰ ਲਾਭ ਜਿਹੜੇ ਅਸੀਂ ਲੈ ਰਹੇ ਹਾਂ ਉਹ ਨਵੇਂ ਟੈਕਸ ਰਿਜ਼ਾਈਮ ਦੇ ਵਿੱਚ ਨਹੀਂ ਹੋਣਗੇ। ਸੋ ਇੱਕ ਵੱਡਾ ਅੰਤਰ ਜਿਹੜਾ ਹੈ ਉਹ ਇਹੀ ਹੈ। ਸੋ ਇਸੇ ਕਰਕੇ ਸਰਕਾਰ ਜਿਹੜਾ ਹੈ ਇਸ ਦਿਸ਼ਾ ਨੂੰ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਕਹਿਣਾ ਜਿਹੜਾ ਹੈ ਔਖਾ ਨਹੀਂ ਹੋਵੇਗਾ ਕਿ ਪੁਰਾਣੇ ਟੈਕਸ ਰਿਜ਼ਾਈਮ ਨੂੰ ਜਿਹੜਾ ਹੈ ਉਹ ਸਦਾ ਲਈ ਬੰਦ ਕਰ ਦਿੱਤਾ ਜਾਵੇ, ਪਰ ਫਿਲਹਾਲ ਦੋਨੋਂ ਹੀ ਟੈਕਸ ਰਿਜ਼ਾਈਮ ਜਿਹੜੇ ਨੇ ਚੱਲ ਰਹੇ ਨੇ। ਔਰ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਜਾਣਕਾਰੀ ਦਿੱਤੀ ਸੀ ਕਿ ਨਿਊ ਟੈਕਸ ਰਿਜ਼ਾਈਮ ਨੂੰ ਡਿਫਾਲਟ ਟੈਕਸ ਰਿਜ਼ਾਈਮ ਕਰ ਦਿੱਤਾ ਗਿਆ, ਯਾਨੀ ਕਿ ਜੇਕਰ ਤੁਸੀਂ ਕੋਈ ਵੀ ਆਪਸ਼ਨ ਨਹੀਂ ਦੇ ਰਹੇ ਤਾਂ ਡਿਫਾਲਟ ਜਿਹੜਾ ਟੈਕਸ ਰਿਜ਼ਾਈਮ ਹੈ ਉਹ ਨਿਊ ਟੈਕਸ ਰਿਜ਼ਾਈਮ ਹੋਵੇਗਾ ਜੋ ਤੁਸੀਂ ਰਿਟਰਨ ਭਰ ਰਹੇ ਹੋ, ਟੈਕਸ ਭਰ ਰਹੇ ਹੋ। ਪਰ ਜੇਕਰ ਤੁਸੀਂ ਪੁਰਾਣੇ ਟੈਕਸ ਰਿਜ਼ਾਈਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਿਖ ਕੇ ਦੇਣਾ ਹੋਵੇਗਾ। ਇੱਕ ਹੋਰ ਵੱਡੀ ਗੱਲ ਜਿਹੜੀ ਹੈ ਮੁਲਾਜ਼ਮਾਂ ਦੇ ਲਈ, ਜੋ ਮੁਲਾਜ਼ਮ ਆਉਣ ਵਾਲੇ ਸਮੇਂ ਦੇ ਵਿੱਚ ਰਿਟਾਇਰ ਹੋ ਰਹੇ ਨੇ, ਬਹੁਤ ਸਾਰੇ ਜਿਹੜੇ ਨੇ ਡਿਪਾਰਟਮੈਂਟ ਅਜਿਹੇ ਨੇ ਜਿੱਥੇ ਕਿ 3 ਲੱਖ ਤੱਕ ਲੀਵ ਇਨਕੈਸ਼ਮੈਂਟ ਦੇ ਉੱਪਰ ਟੈਕਸ ਫ੍ਰੀ ਹੈ। ਬਾਅਦ ਦੀ ਰਕਮ ਤੇ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਇਨਕਮ ਟੈਕਸ ਦੇਣਾ ਹੁੰਦਾ ਹੈ, ਯਾਨੀ ਕਿ ਜੇਕਰ ਤੁਹਾਨੂੰ 10 ਲੱਖ ਰੁਪਇਆ ਲੀਵ ਇਨਕੈਸ਼ਮੈਂਟ ਮਿਲੀ ਹੈ ਰਿਟਾਇਰਮੈਂਟ ਤੇ ਤਾਂ 3 ਲੱਖ ਤੱਕ ਦੀ ਰਕਮ ਦਾ ਟੈਕਸ ਜਿਹੜਾ ਮਾਫ ਹੁੰਦਾ, ਬਾਕੀ 7 ਲੱਖ ਤੇ ਤੁਹਾਨੂੰ ਟੈਕਸ ਦੇਣਾ ਹੁੰਦਾ। ਪਰ ਇਸ ਵਾਰ ਦੇ ਬਜਟ ਦੇ ਵਿੱਚ ਲੀਵ ਇਨਕੈਸ਼ਮੈਂਟ ਦੀ ਉਸ ਐਗਜ਼ੈਂਪਸ਼ਨ ਨੂੰ 25 ਲੱਖ ਰੁਪਏ ਕਰ ਦਿੱਤਾ ਗਿਆ, ਯਾਨੀ ਕਿ 25 ਲੱਖ ਤੱਕ ਲੀਵ ਇਨਕੈਸ਼ਮੈਂਟ ਤੇ ਕੋਈ ਵੀ ਟੈਕਸ ਨਹੀਂ ਦੇਣਾ ਹੋਵੇਗਾ। ਇਸ ਵਾਰ ਦੇ ਬਜਟ ਦੀ ਇਹ ਵੱਡੀ ਗੱਲ ਰਹੀ। ਸੋ ਦੋਸਤੋ, ਇਹ ਸੀ ਉਹ ਵੀਡੀਓ ਜਿੱਥੇ ਇਨਕਮ ਟੈਕਸ ਦੇ ਜੋ ਨਵੀਆਂ ਦਰਾਂ ਨੇ, ਜੋ ਨਵੇਂ ਨਿਯਮ ਨੇ, ਉਸ ਨੂੰ ਲੈ ਕੇ ਕੁਝ ਸਵਾਲਾਂ ਦਾ ਜਵਾਬ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਕੁਝ ਹੋਰ ਕਲੈਰਿਟੀ ਜਿਹੜੀ ਹੈ ਉਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੇ ਮਨ ਦੇ ਵਿੱਚ ਫਿਰ ਵੀ ਜੇਕਰ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਸੋ ਆਸ ਕਰਦੇ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ ਤੇ ਆ ਰਹੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।